ਅੱਜ ਆਪਾਂ ਹਰ ਬਾਣੀ ਪੜ੍ਹਨੀ ਆ ਸਤਿਗੁਰ ਦੇ ਚਰਨਾਂ ਦੀ, ਕਿਉਂਕਿ ਜੋ ਕੁਝ ਸਾਨੂੰ ਮਿਲਣਾ ਹੈ ਉਹ ਸਤਿਗੁਰ ਦੇ ਚਰਨਾਂ ਤੋਂ ਹੀ ਮਿਲਣਾ। ਕਿਉਂਕਿ ਸਤਿਗੁਰ ਦੇ ਚਰਨਾਂ ਤੇ ਆਉਨੇ ਆ ਅਸੀਂ ਤੇ ਨਿਮਾਣੇ ਬਣ ਕੇ ਆਉਨੇ। ਆਓ ਹਰ ਬਾਣੀ ਦੀਆਂ ਲਾਈਨਾਂ ਮੈਂ ਆਪਣਾ ਸ਼ੁਰੂ ਕਰਦਾ। ਨਿਮਸ਼ਕਾਰ ਕਰ ਜੀਵ ਹੋਏ ਨਿਮਾਣਾ, ਕਿਉਂਕਿ ਜੇ ਸਤਿਗੁਰ ਦੇ ਚਰਨਾਂ ਦੇ ਨਿਮਸ਼ਕਾਰ ਕਰਦਾ ਉਹ ਨਿਮਾਣਾ ਬਣ ਜਾਂਦਾ, ਸਿਆਣਪ ਉਹਦੀ ਖਤਮ ਹੋ ਜਾਂਦੀ ਹੈ, ਮੈਂ ਵੀ ਖਤਮ ਹੋ ਜਾਂਦਾ। ਸੋ ਜਨ ਕਰੇ ਨਿਮਸ਼ਕਾਰ ਜਿਸ ਪੂਰਨ ਪ੍ਰਭ ਪਛਾਣਾ। ਔਰ ਕਿਹੜੇ ਜੀਵ ਨੇ ਕਰਨੀ? ਜਿਹਨੇ ਪੂਰਨ ਪ੍ਰਭ ਪਛਾਣ ਲਿਆ, ਦੂਜੇ ਨੇ ਨਹੀਂ ਕਰਨੀ। ਇਹ ਹਰ ਬਾਣੀ ਪਹਿਲੀ ਮਾਘ 2008 ਵਿਕਰਮੀ ਦੀ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜਾਓ ਚਰਨ ਬਲਹਾਰੀ। ਪ੍ਰਭ ਚਰਨ ਜਾਓ ਬਲਹਾਰ, ਪ੍ਰਭ ਕੇ ਚਰਨ ਹਰ ਕਾ ਦਵਾਰ। ਕਿੱਥੇ ਹਰ ਕਾ ਦਵਾਰ ਹੈ? ਪ੍ਰਭ ਦੇ ਚਰਨਾਂ 'ਚ। ਚਰਨਾਂ ਤੋਂ ਉੱਪਰ ਆਪਾਂ ਸਿਰ ਨਹੀਂ ਚੁੱਕਣਾ। ਜੇ ਉੱਪਰ ਸਿਰ ਚੁੱਕਦੇ ਹਾਂ ਤਾਂ ਫਿਰ ਅਸੀਂ ਆਪਣੇ ਖਸਮ ਦੀ ਬਰਾਬਰੀ ਕਰਨ ਲੱਗ ਪੈਂਦੇ ਹਾਂ। ਜੇ ਖਸਮ ਦੇ ਚਰਨਾਂ ਦੇ ਉੱਤੇ ਸਿਰ ਝੁਕਿਆ ਰਹੇਗਾ ਫਿਰ ਹੀ ਸਭ ਕੁਝ ਮਿਲਣਾ। ਪ੍ਰਭ ਕੇ ਚਰਨ ਹਰ ਕਾ ਦਵਾਰ, ਪ੍ਰਭ ਕੇ ਚਰਨ ਜਾਣ ਤਾਰ। ਪ੍ਰਭ ਕੇ ਚਰਨ ਜੀਵ ਉਤਰਨ ਪਾਰ, ਪ੍ਰਭ ਕੇ ਚਰਨ ਮੋਹ ਦਵਾਰ। ਸਭ ਕੁਝ ਪ੍ਰਭ ਦੇ ਚਰਨਾਂ 'ਚ। ਪ੍ਰਭ ਕੇ ਚਰਨ ਵਿਰਲਾ ਪਾਵੇ ਸਾਰ। ਆ ਗਈ ਕੰਡੀਸ਼ਨ ਇੱਥੇ ਦੀ, ਵਿਰਲੇ ਗੁਰਸਿੱਖ ਨੇ ਸਾਰ। ਪ੍ਰਭ ਕੇ ਚਰਨ ਵਿਰਲਾ ਪਾਵੇ ਸਾਰ, ਪ੍ਰਭ ਕੇ ਚਰਨ ਜੀਵ ਜੰਤ ਆਧਾਰ। ਪ੍ਰਭ ਚਰਨ ਸਾਧ ਸੰਗਤ ਬੇੜਾ ਕਰ ਜਾਏ ਪਾਰ। ਪ੍ਰਭ ਚਰਨ ਜਿਸ ਜਨ ਜਾਣਿਆ, ਪ੍ਰਭ ਚਰਨ ਜਿਸ ਰੰਗ ਮਾਣਿਆ। ਪ੍ਰਭ ਚਰਨ ਲਾਗ ਹੋਏ ਸੁਗੜ ਸਿਆਣਿਆ। ਫਿਰ ਉਹਨੇ ਮੱਤ ਦੇਣੀ ਆਪਣੇ। ਪ੍ਰਭ ਚਰਨ ਬੁੱਧ ਵਿਵੇਕ ਕਰੇ ਆਣਿਆ। ਪ੍ਰਭ ਚਰਨ ਗੁਰਸਿੱਖ ਤਰਾਨਿਆ। ਪ੍ਰਭ ਚਰਨ ਗੁਰਮੁਖ ਵਿਰਲਾ ਕਰੇ ਧਿਆਨਿਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਿਰਪਾ ਕਰੇ ਜਿਸ ਭਗਵਾਨਿਆ। ਪ੍ਰਭ ਚਰਨ ਜੋ ਜਨ ਆਇਆ। ਹੁਣ ਕਿੱਥੇ ਆਏ ਆਪਾਂ? ਪ੍ਰਭ ਦੇ ਚਰਨਾਂ 'ਚ। ਜੇ ਚਰਨਾਂ 'ਚ ਆਏ ਆ ਤੇ ਸਭ ਕੁਝ ਮਿਲ ਜਾਣਾ। ਪ੍ਰਭ ਚਰਨ ਜੋ ਜਨ ਆਇਆ, ਚਰਨ ਧੂੜ ਮਸਤਕ ਲਾਇਆ। ਜਦੋਂ ਪ੍ਰਭ ਦੇ ਚਰਨਾਂ ਦੇ ਉੱਤੇ ਆਪਾਂ ਮੱਥਾ ਟੇਕਣਾ ਤੇ ਮਸਤਕ ਧੂੜ ਆਪਣੇ ਮੱਥੇ ਨੂੰ। ਪ੍ਰਭ ਚਰਨ ਜੋ ਜਨ ਆਇਆ, ਆਸ਼ਾ ਮਨਸ਼ਾ ਪ੍ਰਭ ਪੂਰ ਕਰਾਇਆ। ਪ੍ਰਭ ਚਰਨ ਜੋ ਜਨ ਆਇਆ, ਆਤਮ ਰਸ ਪ੍ਰਭ ਦੇਹ ਚਵਾਇਆ। ਪ੍ਰਭ ਚਰਨ ਜੋ ਜਨ ਆਇਆ, ਸਾਚਾ ਵਾਰ ਪ੍ਰਭ ਤੇ ਦਰ ਤੇ ਪਾਇਆ। ਪ੍ਰਭ ਚਰਨ ਜੋ ਜਨ ਆਇਆ, ਹੰਕਾਰ ਨਵਾਰ ਪ੍ਰਭ ਮਾਰਗ ਲਾਇਆ। ਕਿਉਂਕਿ ਉਹ ਪ੍ਰਭ ਦੇ ਚਰਨਾਂ ਦੇ ਉੱਤੇ ਜਦੋਂ ਆਣ ਕੇ ਆਪਣੇ ਆਪ ਨੂੰ ਗਿਰ ਗਿਆ, ਉਹਨੇ ਆਪਣੀ ਮੈਂ ਤੇ ਖਤਮ ਕਰ ਲਈ। ਜਿਹਦੇ ਚਰਨਾਂ ਦੇ ਉੱਤੇ ਗਿਰਦੇ ਆ ਉਹਨੂੰ ਸਤਿਗੁਰ ਮੰਨ ਲਿਆ ਸੀ ਤੇ ਮੈਂ ਖਤਮ ਹੋ ਗਈ। ਪ੍ਰਭ ਚਰਨ ਜੋ ਜਨ ਆਇਆ, 184 ਪ੍ਰਭ ਜੂਨ ਕਟਾਇਆ। ਜਦੋਂ ਚਰਨਾਂ ਤੇ ਆ ਕੇ ਡਿੱਗ ਪਿਆ ਫੇਰ ਤੇ ਉਹਨੇ ਪਰਮਾਤਮਾ ਨੇ 184 ਜੂਨ ਉਹਦੀ ਕਰ ਦਿੱਤੀ। ਪ੍ਰਭ ਚਰਨ ਜੋ ਜਨ ਆਇਆ, ਖੰਡ ਬ੍ਰਹਿਮੰਡ ਪ੍ਰਭ ਮਾਨ ਦਵਾਇਆ।
ਪ੍ਰਭ ਚਰਨ ਜੋ ਜਨ ਆਇਆ, ਵਿੱਚ ਵਰ ਭੰਡ ਪ੍ਰਭ ਵਡਿਆਇਆ। ਪ੍ਰਭ ਚਰਨ ਜੋ ਜਨ ਆਇਆ, ਜੋਤ ਸਰੂਪ ਸਿਰ ਹੱਥ ਟਿਕਾਇਆ। ਜੇ ਪ੍ਰਭ ਦੇ ਚਰਨਾਂ ਦੇ ਤੋਂ ਆਪਾਂ ਨੂੰ ਇੰਨਾ ਕੁਝ ਮਿਲਦਾ ਤੇ ਉਹ ਜੋਤ ਸਰੂਪ ਸਾਡੇ ਸਿਰ ਤੇ ਹੱਥ ਟਿਕਾਉਂਦਾ, ਤੇ ਪ੍ਰਭ ਦੇ ਚਰਨਾਂ 'ਚ ਹੀ ਚਰਨਾਂ ਤੋਂ ਉੱਠਣ ਦੀ ਕੋਸ਼ਿਸ਼ ਨਾ ਕਰੀਏ। ਪ੍ਰਭ ਚਰਨ ਜੋ ਜਨ ਆਇਆ, ਪ੍ਰਭ ਸਾਚੇ ਚਰਨੀ ਲਾਇਆ। ਪ੍ਰਭ ਚਰਨ ਜੋ ਜਨ ਆਇਆ, ਅਗਿਆਨ ਅੰਧੇਰ ਪ੍ਰਭ ਦੇ ਮਟਾਇਆ। ਉਹਦੀ ਅਗਿਆਨਤਾ ਵੀ ਖਤਮ ਕਰ ਦਿੱਤੀ। ਪ੍ਰਭ ਚਰਨ ਜੋ ਜਨ ਆਇਆ, ਭਰਮ ਨਵਾਰ ਮਾਣ ਗਵਾਇਆ। ਪ੍ਰਭ ਚਰਨ ਜੋ ਜਨ ਆਇਆ, ਜੋਤ ਸਰੂਪ ਪ੍ਰਗਟ ਜੋਤ ਦਰਸ਼ ਦਿਖਾਇਆ। ਪ੍ਰਭ ਚਰਨ ਜੋ ਜਨ ਆਇਆ, ਅੰਮ੍ਰਿਤ ਆਤਮ ਸਤ ਸਤ ਵਰਤਾਇਆ। ਪ੍ਰਭ ਚਰਨ ਜੋ ਜਨ ਆਇਆ, ਮਾਇਆ ਅਗਨ ਦੇਹ ਜਲਾਇਆ। ਤ੍ਰੈ ਗੁਣ ਮਾਇਆ ਤੋਂ ਵੀ ਬਾਹਰ ਕੱਢ। ਪ੍ਰਭ ਚਰਨ ਜੋ ਜਨ ਆਇਆ, ਦੁੱਖ ਭੁੱਖ ਦਾ ਰੋਗ ਮਟਾਇਆ। ਜਦੋਂ ਪ੍ਰਭ ਦੇ ਚਰਨਾਂ ਦੇ ਉੱਤੇ ਆ ਕੇ ਆਪਾਂ ਆਪਣੇ ਆਪ ਨੂੰ ਨਿਸ਼ਾਵਰ ਕਰ ਲਿਆ ਤਾਂ ਉਹਨੇ ਆਪਣੇ ਬੱਚੇ ਬਣਾ ਲਿਆ। ਫਿਰ ਉਹਦਾ ਦੁੱਖ ਭੁੱਖ ਰੋਗ ਸੋਗ ਸਾਰਾ ਖੁਦ ਕੱਟ ਦਿੰਦਾ। ਪ੍ਰਭ ਚਰਨ ਜੋ ਜਨ ਆਇਆ, ਚਰਨ ਸੇਵ ਪ੍ਰਭ ਸਾਚੇ ਲਾਇਆ। ਪ੍ਰਭ ਚਰਨ ਜੋ ਜਨ ਆਇਆ, ਆਤਮ ਭਉ ਸਰਬ ਚਕਾਇਆ। ਉਹਦੇ ਭਉ ਡਰ ਵੀ ਸਾਰੇ ਖਤਮ ਕਰ। ਪ੍ਰਭ ਚਰਨ ਜੋ ਜਨ ਆਇਆ, ਸੋਹੰਗ ਸਾਚੀ ਨਾਉ ਚੜਾਇਆ। ਪ੍ਰਭ ਚਰਨ ਜੋ ਜਨ ਆਇਆ, ਪ੍ਰਭ ਸਾਚੇ ਸਚ ਮੇਲ ਮਿਲਾਇਆ। ਪ੍ਰਭ ਚਰਨ ਜੋ ਜਨ ਆਇਆ, ਭਰਮ ਭਲੇਖਾ ਪ੍ਰਭ ਸਾਰਾ ਲਾਇਆ। ਉਹਦੇ ਭਰਮ ਭਲੇਖੇ ਕੱਢਦੇ ਸਾਰੇ, ਕਿਉਂਕਿ ਉਹਨੇ ਚਰਨਾਂ ਦੇ ਉੱਤੇ ਆ ਗਿਆ, ਗਿਰ ਗਿਆ ਆਪਣੇ ਆਪ ਨੂੰ। ਪ੍ਰਭ ਚਰਨ ਜੋ ਜਨ ਆਇਆ, ਏਕਾ ਰੂਪ ਗਮ ਦਰਸਾਇਆ। ਪ੍ਰਭ ਚਰਨ ਜੋ ਜਨ ਆਇਆ, ਸੁਰਤ ਸ਼ਬਦ ਪ੍ਰਭ ਧਿਆਨ ਦਵਾਇਆ। ਕਿੰਨੇ ਸੁਰਤ ਨੂੰ ਆਪਣੇ ਨਾਲ ਜੋੜਨ, ਉੱਥੇ ਧਿਆਨ ਕਰ ਦਿੱਤਾ। ਪ੍ਰਭ ਚਰਨ ਜੋ ਜਨ ਆਇਆ, ਸਾਚਾ ਧਿਆਨ ਹਿਰਦੇ ਵਸਾਇਆ। ਪ੍ਰਭ ਚਰਨ ਜੋ ਜਨ ਆਇਆ, ਗੋਜ ਗਿਆਨ ਦਾ ਭੇਦ ਚੁਕਾਇਆ। ਪ੍ਰਭ ਚਰਨ ਜੋ ਜਨ ਆਇਆ, ਨਾਨਾ ਰੂਪ ਪ੍ਰਭ ਦਰਸ਼ ਦਿਖਾਇਆ। ਪ੍ਰਭ ਚਰਨ ਜੋ ਜਨ ਆਇਆ, ਮਾਣ ਅਭਿਮਾਨ ਸਰਬ ਤੜਾਇਆ। ਸ਼ੀਤਲ ਕਾ ਤਨ, ਉਹਦੇ ਅੰਦਰ ਹੰਕਾਰ ਮਾਣ ਕੋਈ ਰਹਿ ਨਹੀਂ ਗਿਆ। ਪ੍ਰਭ ਚਰਨ ਜੋ ਜਨ ਆਇਆ, ਗਿਆਨ ਰੂਪ ਪ੍ਰਭ ਸ਼ਬਦ ਚਲਾਇਆ। ਪ੍ਰਭ ਚਰਨ ਜੋ ਜਨ ਆਇਆ, ਸਾਰੰਗ ਧਾਰ ਭਗਵਾਨ ਬੀਠ ਲਾਇਆ, ਆਪਣੇ ਰੰਗ ਰੰਗਾਇਆ। ਪ੍ਰਭ ਚਰਨ ਜੋ ਜਨ ਆਇਆ, ਪ੍ਰਭ ਅਬਨਾਸ਼ੀ ਸਾਚਾ ਬੀਠਲਾ ਸਰਬ ਸੁਖ ਦਾਇਆ। ਪ੍ਰਭ ਚਰਨ ਜੋ ਜਨ ਆਇਆ, ਪ੍ਰਭ ਕੌੜਾ ਕਰੇ ਮੀਠਲਾ, ਜਿਸ ਚਰਨੀ ਸੀਸ ਨਵਾਇਆ। ਹੁਣ ਪ੍ਰਭ ਦੇ ਚਰਨਾਂ ਤੇ ਆ ਕੇ ਜਿਹੜਾ ਕੌੜਾ ਸੀ ਨਾ, ਉਹਨੂੰ ਵੀ ਮਿੱਠਾ ਕਰਤਾ। ਪ੍ਰਭ ਚਰਨ ਜੋ ਜਨ ਆਏ, ਇੱਕ ਰੰਗ ਚੜਾਏ ਮਜੀਠਲਾ। ਕਿਹੜਾ? ਮਜੀਠੀ ਰੰਗ, ਪਿਆਰ ਦਾ, ਉਹ ਚੜਾ।
महाराज शेर सिंह सतगुर साचा साची दया कमाया प्रभ चरण जो करे ध्याना प्रभ साचा देवे दर्श महाना। चरना वाल ध्यान देना तो फिर उन्हें दर्श देना। अज्ञान अंधेर सर्ब मटाना महाराज शेर सिंह सतगुर साचा वाली दो जहाना प्रभ चरण जो जन आए प्रभ साचा भै दयाला प्रभ चरण जो जन आए आद अंत होए रखवाला। जे इन्ना कुछ सानू मिलता तो प्रभ के चरणों से अपने आप को घेर लेना चाहिए। छड़ दो, इस तो उपर नहीं जाना। उपर सिर उठावांगे तो मार खा जाएंगे। प्रभ चरण जो जन आए आत्म दीपक प्रभ साचे बाला प्रभ चरण जो जन आए सोहंग शब्द प्रभ आत्म देवे साची माला। जिहड़ी माला सोहंग शब्द की देती है बहुत है। प्रभ चरण जो जन आए महाराज शेर सिंह वेले अंत होए रखवाला प्रभ चरण जो जन आए प्रभ साचा पैज रखाए प्रभ चरण जो जन आए आत्म जोत होए उजियारे प्रभ चरण जो जन आए साची धुन उपजे धुन घारे प्रभ चरण जो जन आए एका जोत जगे नमकारे। एका जोत किथे उन्होंने परमात्मा ने उन्होंने अपनी जोत का रोशनाई दे दी। फिर होर की चाहिए सानू प्रभ के चरणों के उत्ते गिरना सब कुछ। प्रभ चरण जो जन आए साची धुन उपजे धुन घारे प्रभ चरण जो जन आए एका जोत जगे निरंकारे प्रभ चरण जो जन आए मानस जन्म कल जुग उजियारे प्रभ चरण जो जन आए दे दर्श गुर पार उतारे। सब कुछ चरणों के विच मिल जाना। उन्होंने दर्शन दे के पार उतारे कर देना। चरणों तो सिर ना तां करिए। प्रभ चरण जो जन आए दे दर्श गुर पार उतारे प्रभ चरण जो जन आए महाराज शेर सिंह सतगुर साचा खोल देवे दसम द्वारे। जे दसम द्वारे इतने खोल दिंदा साडे ते होर की चाहिए। प्रभ चरण जो जन आया कर कृपा प्रभ पार लंघाया प्रभ चरण जो जन आया नाम निदान प्रभ झोड़ी पाया प्रभ चरण जो जन आया पहली माग प्रभ लाज रखाया प्रभ चरण जो जन आया सोहंग साची आत्म जाग लगाया प्रभ चरण जो जन आया प्रगट जोत ने कलंक अनहद साचा राग उपजाया। हुण अनहद राग किहड़ा जिहड़ा ਕੰਨਾਂ ਦੇ ਨਾਲ ਬਾਹਰੋਂ नहीं सुनिया जाता। वो आत्मक धुन ने अंदर ਜਦੋਂ ਆਤਮਕ ਧੁਨ ਉਪਜਾ ਦਿੱਤੀ ਤੇ ਫਿਰ ਉਹ ਆਪਣੇ ਆਪ ਹੀ ਅਨੰਦ ਰਾਗ ਜਿਹੜਾ ਉਹ ਪਰਮਾਤਮਾ ਦਾ ਚੱਲਦਾ ਰਹਿੰਦਾ ਹਰ ਵੇਲੇ ਜੁੜਿਆ ਰਹਿੰਦਾ। ਉੱਠਦਿਆਂ ਬੈਠਦਿਆਂ ਜਾਗਦਿਆਂ ਧਿਆਨ ਕੋਈ ਨਾ ਕੋਈ ਆਉਂਦਾ ਰਹਿੰਦਾ ਤੇ ਪਰਮਾਤਮਾ ਵਾਲੇ ਪਾਸੇ ਜਾਈ ਜਾਣਾ। ਅਨਹਦ ਰਾਗ
ਪ੍ਰਭ ਚਰਨ ਜੋ ਜਨ ਆਇਆ, ਨਿਮਾਣਿਆਂ ਸਿਰ ਹੱਥ ਟਿਕਾਇਆ। ਫਿਰ ਨਿਮਾਣੇ ਚੰਗਾ ਨਹੀਂ ਬਣਨਾ, ਫਿਰ ਸਿਆਣੇ ਬਣ ਕੇ ਹੀ ਕੀ ਲੈਣਾ। ਜੋ ਨਿਮਾਣਿਆਂ ਦੇ ਸਿਰ ਤੇ ਹੱਥ ਟਿਕਾਉਂਦਾ ਤੇ ਫਿਰ ਆਪਾਂ ਨਿਮਾਣੇ ਹੀ ਬਣੇ ਰਹੀਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਲੇਖ ਲਿਖਾਇਆ। ਇਹ ਹੁਣ ਚਰਨਾਂ ਦੇ ਬਾਰੇ ਦੇ ਵਿੱਚ ਮਹਾਰਾਜ ਨੇ ਕੀ ਸੱਚਾ ਲੇਖ ਲਿਖਾਇਆ, ਔਰ ਉਸ ਲੇਖ ਤੋਂ ਅਸੀਂ ਆਸੇ ਪਾਸੇ ਹੋਵਾਂਗੇ ਤੇ ਹਮਾਰੇ ਅੱਗੇ। ਹਾਂਜੀ ਠੀਕ ਹੈ। ਹਜ਼ੂਰ ਸ਼ਹਿਨਸ਼ਾਹੀ ਨੇ, ਸੱਚੇ ਪਾਤਸ਼ਾਹੀ ਨੇ ਜਿਹੜੀ ਬਾਣੀ ਲਿਖਾਈ ਹੈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਲਿਖਤ ਲਿਖਾਏ ਜਿਉ ਪੱਥਰ ਉੱਪਰ ਲਕੀਰ। ਲਿਖਿਆ ਲੇਖ ਨਾ ਕਿਸੇ ਮਟਾਉਣਾ। ਇਹ ਜਿਹੜੀ ਲਿਖਤ ਲਿਖਾਈ ਹੈ ਪੱਥਰ ਤੇ ਲਿਖੀ ਹੈ, ਇਹਨੂੰ ਕੋਈ ਮਿਟਾ ਨਹੀਂ ਸਕਦਾ। ਇਸ ਦੇ ਉੱਤੇ ਕਿੰਤੂ ਪਰੰਤੂ ਵੀ ਨਹੀਂ ਕਰਨਾ। ਜੋ ਕੁਛ ਲਿਖਾਇਆ ਉਹਨੂੰ ਸੱਤ ਕਰਕੇ ਮੰਨਣਾ, ਤਾਂ ਫਿਰ ਉਹਨੇ ਪਰਮਾਤਮਾ ਨੇ ਸਾਡੇ ਸਿਰ ਤੇ ਹੱਥ ਲਾ ਕੇ ਪਾਰ ਉਤਾਰਾ। ਆਓ ਹਰ ਸੰਗਤ ਜੀਓ, ਹਰ ਬਾਣੀ ਪੜ੍ਹਦਿਆਂ ਹੋਇਆਂ ਕੋਈ ਵੱਧ ਘੱਟ ਅੱਖਰ ਬੋਲਿਆ ਗਿਆ ਹੋਵੇ, ਮੈਂ ਹਰ ਸੰਗਤ ਪਾਸੋਂ, ਸੱਚੇ ਪਾਤਸ਼ਾਹੀ ਪਾਸੋਂ ਖਿਮਾ ਮੰਗਦਾ ਹਾਂ। ਆਓ ਪੰਜ ਕਾਰਿਆਂ ਦਾ ਸਾਥ ਦਿਓ ਜੀ। ਸੋ